Good morning, students. ਅੱਜ ਅਸੀਂ ਟ੍ਰੇਨਡ ਟੂਰਿਜ਼ਮ ਐਂਡ ਹੌਸਪਿਟੈਲਿਟੀ ਦੀ ਕਲਾਸ 12th 4th ਈਅਰ ਪੈਟਰਨ ਜੌਬ ਰੋਲ ਟੂਰ ਗਾਈਡ ਦੇ ਟੌਪਿਕ ਐਨ ਇੰਟਰੋਡਕਸ਼ਨ ਆਫ ਟਰੈਵਲ ਏਜੰਸੀ ਐਂਡ ਟੂਰ ਆਪਰੇਟਰ ਬਾਰੇ ਗੱਲ ਕਰਾਂਗੇ। ਸਭ ਤੋਂ ਪਹਿਲਾਂ ਅਸੀਂ ਗੱਲ ਕਰਦੇ ਹਾਂ ਟਰੈਵਲ ਏਜੰਸੀ ਬਾਰੇ, ਜਿਸ ਨੂੰ ਕਿ ਸ਼ਾਰਟ ਫਾਰਮ ਵਿੱਚ TA ਵੀ ਕਿਹਾ ਜਾਂਦਾ ਹੈ। ਟਰੈਵਲ ਏਜੰਸੀ ਯਾਤਰਾ ਨਿੱਜੀ ਖੇਤਰ ਵਿੱਚ ਸਭ ਤੋਂ ਵੱਧ ਮਹੱਤਵਪੂਰਨ ਸੰਗਠਨਾਂ ਵਿੱਚੋਂ ਇੱਕ ਹੈ, ਜੋ ਸੈਰ ਸਪਾਟੇ ਨੂੰ ਵਧਾਉਣ ਦੀ ਪ੍ਰਕਿਰਿਆ ਵਿੱਚ ਭੂਮਿਕਾ ਨਿਭਾਉਂਦਾ ਹੈ। ਯਾਤਰਾ ਏਜੰਸੀ ਹੀ ਦੇਸ਼ ਦੇ ਅਟਰੈਕਸ਼ਨ, ਅਕੋਮੋਡੇਸ਼ਨ, ਵਸਤੂਆਂ ਅਤੇ ਸੇਵਾਵਾਂ ਦੀ ਯੋਜਨਾ ਅਤੇ ਪ੍ਰਬੰਧ ਕਰਦੀ ਹੈ। ਇੱਕ ਸੰਭਾਵਿਤ ਯਾਤਰਾ ਏਜੰਸੀ ਉਹ ਹੁੰਦੀ ਹੈ ਕਿ ਯਾਤਰਾ ਟਿਕਟਾਂ, ਜਿਸ ਵਿੱਚ ਹਵਾਈ, ਰੇਲ, ਸੜਕ ਤੇ ਸਮੁੰਦਰ, ਯਾਤਰਾ ਸੰਬੰਧੀ ਕਾਗਜ਼ ਪੱਤਰ, ਪਾਸਪੋਰਟ, ਵੀਜ਼ਾ, ਕਰੰਸੀ, ਠਹਿਰਨ ਦੀ ਵਿਵਸਥਾ, ਮਨ ਪਰਚਾਵੇ ਅਤੇ ਦੂਜੀਆਂ ਯਾਤਰਾਵਾਂ ਸੰਬੰਧੀ ਸੇਵਾਵਾਂ ਦਾ ਪ੍ਰਬੰਧ ਮੁੱਖ ਸਪਲਾਇਰਸ ਤੋਂ ਕਰਦੀ ਹੈ। ਵੱਡੀਆਂ ਏਜੰਸੀਆਂ ਦੇ ਕੰਮ ਨੂੰ ਅਕਸਰ ਵੱਖ-ਵੱਖ ਭਾਗਾਂ ਵਿੱਚ ਵੰਡਿਆ ਜਾਂਦਾ ਹੈ। ਉਦਾਹਰਨ ਵਜੋਂ ਕਾਊਂਟਰ ਸੇਵਾ ਕਾਰੋਬਾਰ, ਯਾਤਰਾ ਅਤੇ ਵਿਦੇਸ਼ੀ ਐਕਸਚੇਂਜ। ਛੋਟੇ ਉਦੇਸ਼ਾਂ ਜਾਂ ਅਰਥਾਂ ਵਿੱਚ ਸਟਾਫ ਦੇ ਹਰੇਕ ਮੈਂਬਰ ਏਜੰਸੀ ਦੇ ਕਾਰੋਬਾਰ ਦੇ ਲਈ ਪਹਿਲੂਆਂ ਨੂੰ ਸੰਭਾਲਣਾ ਪਵੇਗਾ। ਕੁਝ ਏਜੰਸੀਆਂ ਆਪਣੀਆਂ ਗਤੀਵਿਧੀਆਂ ਨੂੰ ਕਿਸੇ ਖਾਸ ਖੇਤਰ ਲਈ ਸੀਮਤ ਰੱਖਦੀਆਂ ਹਨ, ਪਰ ਜ਼ਿਆਦਾਤਰ ਏਜੰਸੀਆਂ ਵੱਡੇ ਪੈਮਾਨੇ 'ਤੇ ਲੋੜਾਂ ਦੀ ਪੂਰਤੀ ਕਰਦੀਆਂ ਹਨ, ਜਿਸ ਵਿੱਚ ਛੁੱਟੀਆਂ, ਟਰਾਂਸਪੋਰਟ, ਪਹੁੰਚ ਜਾਂ ਠਹਿਰਨ ਦੀ ਵਿਵਸਥਾ ਸ਼ਾਮਲ ਹੁੰਦੀ ਹੈ। ਜੋ ਕੰਪਨੀਆਂ ਕੇਵਲ ਕਾਰੋਬਾਰੀ ਯਾਤਰਾ ਦੇ ਪ੍ਰਬੰਧ ਨਾਲ ਸੰਬੰਧਿਤ ਹਨ, ਉਹਨਾਂ ਨੂੰ ਬਿਜ਼ਨਸ ਟਰੈਵਲ ਹਾਊਸ ਵੀ ਕਹਿੰਦੇ ਹਨ। ਇਹ ਯੋਜਨਾਬੰਦੀ, ਮਸ਼ਹੂਰੀ ਅਤੇ ਵਪਾਰਕ ਮੇਲਿਆਂ ਅਤੇ ਕਾਨਫਰੰਸਾਂ ਦੀ ਬੁਕਿੰਗ ਦੇ ਪ੍ਰਬੰਧ ਲਈ ਵੀ ਜ਼ਿੰਮੇਵਾਰ ਹੁੰਦੀਆਂ ਹਨ। ਯਾਤਰਾ ਏਜੰਸੀ ਵਿਕਰੀ ਕਲਰਕ, ਟੂਰ ਆਪਰੇਟਰਾਂ ਵੱਲੋਂ ਬੁਕਿੰਗਸ ਲੈਂਦੇ ਹਨ, ਯਾਤਰਾ ਲਈ ਟਿਕਟਾਂ ਵੇਚਦੇ ਹਨ, ਹੋਟਲ ਬੁੱਕ ਕਰਦੇ ਹਨ, ਬੈਂਕਾਂ ਤੋਂ ਅਦਾਇਗੀ ਲੈਂਦੇ ਹਨ, ਯਾਤਰਾ ਦੇ ਤਰੀਕਿਆਂ, ਪਾਸਪੋਰਟ, ਵੀਜ਼ਾ, ਯਾਤਰੀ ਚੈਕਸ, ਵਿਦੇਸ਼ੀ ਮੁਦਰਾ ਆਦਿ ਦੀਆਂ ਕਿਸਮਾਂ ਸੰਬੰਧੀ ਸਲਾਹ ਦਿੰਦੇ ਹਨ। ਕਿਉਂਕਿ ਸੈਲਾਨੀਆਂ ਨੂੰ ਯਾਤਰਾ ਸੰਬੰਧੀ ਸਥਾਨਾਂ ਅਤੇ ਉਤਪਾਦਾਂ ਦੀ ਚੰਗੀ ਜਾਣਕਾਰੀ ਦੀ ਲੋੜ ਹੁੰਦੀ ਹੈ, ਪ੍ਰਬੰਧਕ ਅਤੇ ਸਹਾਇਕ ਪ੍ਰਬੰਧਕ ਸ਼ਾਖਾ ਦਫ਼ਤਰਾਂ ਦੀਆਂ ਦਿਨ ਪ੍ਰਤੀ ਦਿਨ ਗਤੀਵਿਧੀਆਂ ਲਈ ਜ਼ਿੰਮੇਵਾਰ ਹੁੰਦੇ ਹਨ। ਇਸ ਵਿੱਚ ਸਟਾਫਿੰਗ, ਮਾਰਕੀਟਿੰਗ, ਅਕਾਊਂਟੈਂਸੀ ਜਾਂ ਹਿਸਾਬ ਕਿਤਾਬ, ਸ਼ਿਕਾਇਤਾਂ ਆਦਿ ਸ਼ਾਮਲ ਹੁੰਦੇ ਹਨ। ਯਾਤਰਾ ਪ੍ਰਬੰਧਕਾਂ ਕੋਲ ਕਿੱਤੇ ਸੰਬੰਧੀ ਯੋਗਤਾ ਅਤੇ ਤਜਰਬਾ ਹੋਣਾ ਚਾਹੀਦਾ ਹੈ। ਇੱਕ ਛੋਟੀ ਏਜੰਸੀ ਵਿੱਚ ਸਿਖਲਾਈ ਨੌਕਰੀ ਜਾਂ ਕੰਮ ਵੇਲੇ ਵੀ ਹੋਵੇਗੀ, ਜਦੋਂ ਕਿ ਵੱਡੀਆਂ ਕੰਪਨੀਆਂ ਸਿਖਲਾਈ ਦਾ ਪ੍ਰੋਗਰਾਮ ਵੀ ਦੇ ਸਕਦੀਆਂ ਹਨ। ਯਾਤਰਾ ਏਜੰਸੀ ਕਾਰੋਬਾਰ ਦੇ ਮੁੱਖ ਗੁਣ, ਜਿਵੇਂ ਕਿ ਉਪਭੋਗਤਾਵਾਂ ਅਤੇ ਮੁੱਖ ਸਪਲਾਇਰਾਂ ਦੇ ਵਿਚਕਾਰ ਇੱਕ ਮਹੱਤਵਪੂਰਨ ਕੜੀ, ਪਹਿਚਾਣ, ਨਿਰਮਾਤਾ, ਤੇਜ਼ ਜਾਂ ਛੇਤੀ ਯਾਤਰਾ ਸੇਵਾ ਨੂੰ ਸੁਨਿਸ਼ਚਿਤ ਕਰਦੀ ਹੈ, ਸਹੀ ਤੇ ਭਰੋਸੇਯੋਗ ਯਾਤਰਾ ਸੰਬੰਧੀ ਜਾਣਕਾਰੀ ਉਪਲਬਧ ਕਰਾਉਣ ਲਈ ਇੱਕ ਸਮਾਜਿਕ ਅਤੇ ਲਗਾਤਾਰ ਪ੍ਰਕਿਰਿਆ, ਉਪਭੋਗਤਾ ਅਤੇ ਵਿਕਰੇਤਾਵਾਂ ਨਾਲ ਚੰਗੇ ਸੰਬੰਧ ਸਥਾਪਿਤ ਕਰਦੀ ਹੈ। ਸੋ ਇਹ ਕਿਸੇ ਯਾਤਰਾ ਏਜੰਸੀ ਕਾਰੋਬਾਰ ਦੇ ਮੁੱਖ ਗੁਣ ਹੁੰਦੇ ਹਨ ਕਿ ਉਹ ਆਪਣੇ ਉਪਭੋਗਤਾਵਾਂ ਅਤੇ ਮੁੱਖ ਸਪਲਾਇਰਾਂ ਦੇ ਵਿਚਕਾਰ ਵਿਚੋਲਗੀ ਦਾ ਕੰਮ ਕਰੇ, ਇੱਕ ਵੱਖਰੀ ਪਹਿਚਾਣ ਨਿਰਮਾਤਾ ਬਣੇ ਅਤੇ ਸੈਲਾਨੀਆਂ ਦੇ ਜਿਹੜੀ ਯਾਤਰਾ ਹੈ ਉਸ ਨੂੰ ਛੇਤੀ ਅਤੇ ਤੇਜ਼ ਗਤੀਵਿਧੀ ਦੇ ਅਨੁਸਾਰ ਕਰੇ, ਸਹੀ ਅਤੇ ਭਰੋਸੇਯੋਗ ਜਾਣਕਾਰੀ ਮੁਹੱਈਆ ਕਰਾਏ ਅਤੇ ਇੱਕ ਸਮਾਜਿਕ ਅਤੇ ਲਗਾਤਾਰ ਪ੍ਰਕਿਰਿਆ ਜਿਹੜੀ ਆ ਉਸ ਦੀ ਧਾਰਨਾ ਨੂੰ ਬਣਾ ਕੇ ਰੱਖੇ ਅਤੇ ਉਪਭੋਗਤਾਵਾਂ ਅਤੇ ਵਿਕਰੇਤਾਵਾਂ ਦੇ ਨਾਲ ਚੰਗੇ ਸੰਬੰਧ ਸਥਾਪਿਤ ਕਰਨ ਵਿੱਚ ਸਹਾਇਕ ਹੋਵੇ। ਹੁਣ ਅਸੀਂ ਗੱਲ ਕਰਦੇ ਹਾਂ ਯਾਤਰਾ ਏਜੰਸੀ ਦੀਆਂ ਕਿਸਮਾਂ ਬਾਰੇ। ਇਸ ਦੀਆਂ 2 ਕਿਸਮਾਂ ਹਨ। ਸਭ ਤੋਂ ਪਹਿਲਾਂ ਗੱਲ ਕਰਦੇ ਹਾਂ ਰਿਟੇਲ ਯਾਤਰਾ ਏਜੰਸੀ ਬਾਰੇ।
ਇੱਕ ਰਿਟੇਲ ਯਾਤਰਾ ਏਜੰਸੀ ਉਤਪਾਦ ਸਪਲਾਇਰਾਂ ਦੇ ਵੱਲੋਂ ਸੈਲਾਨੀ ਉਤਪਾਦ ਸਿੱਧੇ ਤੌਰ 'ਤੇ ਲੋਕਾਂ ਨੂੰ ਵੇਚਦੀ ਹੈ ਅਤੇ ਬਦਲੇ ਵਿੱਚ ਕਮਿਸ਼ਨ ਪ੍ਰਾਪਤ ਕਰਦੀ ਹੈ। ਕੁਝ ਪੈਕੇਜ ਟੂਰ ਦੇ ਤਰੀਕਿਆਂ ਨਾਲ ਵੇਚੇ ਜਾਂਦੇ ਹਨ, ਯਾਨੀ ਕਿ ਕਮਿਸ਼ਨ ਦੇ ਆਧਾਰ 'ਤੇ ਅਤੇ ਮਾਰਕੀਟ ਅਪ ਕੀਮਤ। ਜਦੋਂ ਇੱਕ ਯਾਤਰਾ ਏਜੰਸੀ ਕਿਸੇ ਟੂਰ ਪੈਕੇਜ ਨੂੰ ਮਾਰਕੀਟ ਅਪ ਕੀਮਤ ਉੱਤੇ ਵੇਚਦੀ ਹੈ ਤਾਂ ਇਸ ਦਾ ਅਰਥ ਹੈ ਕਿ ਪਹਿਲਾਂ ਇਹ ਕਿਸੇ ਟੂਰ ਦੀ ਕੀਮਤ ਨੂੰ ਨਿਸ਼ਚਿਤ ਕਰਦੀ ਹੈ, ਫਿਰ ਇਸ ਨੂੰ ਵਧੇਰੇ ਉੱਚੀ ਦਰ 'ਤੇ ਵੇਚਦੀ ਹੈ। ਰਿਟੇਲ ਕੀਮਤ ਅਤੇ ਥੋਕ ਵਿਕਰੀ ਖਰਚੇ ਵਿਚਕਾਰ ਅੰਤਰ ਮਾਰਕੀਟ ਅਪ ਕੀਮਤ ਹੁੰਦੀ ਹੈ। ਇਹ ਇੱਕ ਅਜਿਹਾ ਵਪਾਰ ਹੈ ਜੋ ਕਿ ਇਹਨਾਂ ਉਦੇਸ਼ਾਂ ਜਾਂ ਕੰਮਾਂ ਦੀ ਪੂਰਤੀ ਕਰਦਾ ਹੈ: ਕਿਰਾਏ ਅਤੇ ਦਰਾਂ ਬਾਰੇ ਦੱਸਣਾ, ਆਕਰਸ਼ਿਤ ਕਰਨਾ, ਯਾਤਰਾ ਟਿਕਟਾਂ ਅਤੇ ਠਹਿਰਨ ਦੇ ਸਥਾਨ ਦਾ ਪ੍ਰਬੰਧ ਕਰਨਾ, ਯਾਤਰਾ ਬੀਮਾ ਦਾ ਪ੍ਰਬੰਧ ਕਰਨਾ, ਵਿਦੇਸ਼ੀ ਮੁਦਰਾ, ਕਾਗਜ਼ ਪੱਤਰ ਅਤੇ ਅਦਾਇਗੀ ਸਵੀਕਾਰ ਕਰਨੀਆਂ। ਇੱਕ ਰਿਟੇਲ ਯਾਤਰਾ ਏਜੰਸੀ ਲਈ ਵਿਕਰੇਤਾਵਾਂ ਤੋਂ ਪ੍ਰਾਪਤ ਕਮਿਸ਼ਨ ਆਮਦਨ ਦਾ ਮੁੱਖ ਸਰੋਤ ਹੁੰਦਾ ਹੈ। ਹਾਲਾਂਕਿ ਕਮਿਸ਼ਨ ਦੀ ਦਰ ਇੱਕ ਸੰਗਠਨ ਤੋਂ ਦੂਜੇ ਸੰਗਠਨ ਅਤੇ ਇੱਕ ਯਾਤਰਾ ਹਿੱਸੇ ਤੋਂ ਦੂਜੇ ਯਾਤਰਾ ਹਿੱਸੇ ਤੱਕ ਵੱਖ-ਵੱਖ ਹੈ। ਭਾਰਤ ਵਿੱਚ ਰਿਟੇਲ ਯਾਤਰਾ ਏਜੰਸੀਆਂ ਆਪਣੀ ਆਮਦਨ ਦਾ 95% ਹਿੱਸਾ ਕਮਿਸ਼ਨ ਤੋਂ ਪ੍ਰਾਪਤ ਕਰਦੀਆਂ ਹਨ ਅਤੇ ਬਾਕੀ 5% ਹਿੱਸਾ ਸਲਾਹ ਮਸ਼ਵਰਾ ਸੇਵਾਵਾਂ ਤੋਂ ਪ੍ਰਾਪਤ ਕਰਦੀਆਂ ਹਨ। ਹੁਣ ਅਸੀਂ ਗੱਲ ਕਰਦੇ ਹਾਂ ਯਾਤਰਾ ਏਜੰਸੀ ਦੀ ਦੂਸਰੀ ਕਿਸਮ, ਯਾਨੀ ਕਿ ਥੋਕ ਵਿਕਰੀ ਯਾਤਰਾ ਏਜੰਸੀ ਬਾਰੇ। ਅਜਿਹੀਆਂ ਏਜੰਸੀਆਂ ਅਜਿਹੇ ਪੈਕੇਜ ਟੂਰਾਂ ਦਾ ਆਯੋਜਨ ਕਰਨ ਵਿੱਚ ਮਾਹਰ ਹੁੰਦੀਆਂ ਹਨ ਜੋ ਕਿ ਮਾਰਕੀਟ ਵਿੱਚ ਗਾਹਕਾਂ ਸੈਲਾਨੀਆਂ ਨੂੰ ਇੱਕ ਰਿਟੇਲ ਯਾਤਰਾ ਏਜੰਸੀ ਦੇ ਨੈੱਟਵਰਕ ਜਾਂ ਜਾਲ ਰਾਹੀਂ ਉਪਲਬਧ ਕਰਾਏ ਜਾਂਦੇ ਹਨ, ਜਾਂ ਸੰਭਾਵਿਤ ਉਪਭੋਗਤਾਵਾਂ ਨੂੰ ਸਿੱਧੇ ਤੌਰ 'ਤੇ। ਇੱਕ ਥੋਕ ਵਿਕਰੀ ਯਾਤਰਾ ਏਜੰਸੀ ਥੋਕ ਵਿੱਚ ਸੈਲਾਨੀ ਉਤਪਾਦਾਂ ਦੇ ਹਿੱਸੇ ਖਰੀਦਦੀ ਹੈ ਅਤੇ ਪੈਕੇਜ ਟੂਰਾਂ ਦੀ ਰੂਪਰੇਖਾ ਬਣਾਉਂਦੀ ਹੈ। ਕਈ ਵਾਰ ਇੱਕ ਥੋਕ ਵਿਕਰੀ ਯਾਤਰਾ ਏਜੰਸੀ ਯਾਤਰਾ ਦੇ ਹਿੱਸਿਆਂ ਨੂੰ ਇੱਕ ਵਿਕਰੇਤਾ ਤੋਂ ਵੱਡੀ ਮਾਤਰਾ ਵਿੱਚ ਖਰੀਦ ਲੈਂਦੀ ਹੈ ਅਤੇ ਫਿਰ ਇਹਨਾਂ ਨੂੰ ਕਿਸੇ ਹੋਰ ਯਾਤਰਾ ਕਾਰੋਬਾਰ ਸੰਗਠਨ ਨੂੰ ਦੁਬਾਰਾ ਵੇਚ ਦਿੰਦੀ ਹੈ। ਥੋਕ ਵਿਕਰੀ ਯਾਤਰਾ ਏਜੰਸੀਆਂ ਪੈਕੇਜ ਛੁੱਟੀਆਂ ਨੂੰ ਯੋਜਨਾਬੱਧ ਕਰਕੇ ਰਿਟੇਲ ਯਾਤਰਾ ਏਜੰਸੀਆਂ ਰਾਹੀਂ ਉਪਭੋਗਤਾਵਾਂ ਨੂੰ ਵੇਚਦੀਆਂ ਹਨ। ਇੱਕ ਖਾਸ ਪੈਕੇਜ ਟੂਰ ਵਿੱਚ ਸ਼ਾਮਲ ਹਨ ਹਵਾਈ ਟਿਕਟ, ਰਹਿਣ ਜਾਂ ਠਹਿਰਨ ਦਾ ਪ੍ਰਬੰਧ ਅਤੇ ਕਈ ਵਾਰ ਕੁਝ ਹੋਰ ਸੇਵਾਵਾਂ ਜਿਵੇਂ ਕਿ ਮਨਪਰਚਾਵਾਂ, ਦ੍ਰਿਸ਼ ਦੇਖਣਾ ਅਤੇ ਖੇਡ ਗਤੀਵਿਧੀਆਂ ਵੀ ਇਸ ਵਿੱਚ ਸ਼ਾਮਲ ਹੋ ਸਕਦੀਆਂ ਹਨ। ਅਜਿਹੇ ਪੈਕੇਜਾਂ ਨੂੰ ਟੂਰ ਪੈਕੇਜ ਆਖਿਆ ਜਾਂਦਾ ਹੈ ਕਿਉਂਕਿ ਅਜਿਹੇ ਜ਼ਿਆਦਾਤਰ ਟੂਰਾਂ ਵਿੱਚ ਰੱਖਿਅਕ ਜਾਂ ਐਸਕੌਰਟ ਦੀਆਂ ਸੇਵਾਵਾਂ ਸ਼ਾਮਲ ਹੁੰਦੀਆਂ ਹਨ, ਪਰ ਕੁਝ ਇੱਕ ਪੈਕੇਜ ਜਾਂ ਟੂਰ ਅਜਿਹੇ ਲੋਕਾਂ ਨੂੰ ਵੀ ਵੇਚੇ ਜਾਂਦੇ ਹਨ ਜੋ ਕਿ ਆਜ਼ਾਦ ਰੂਪ ਵਿੱਚ ਯਾਤਰਾ ਕਰਨਾ ਚਾਹੁੰਦੇ ਹਨ। ਇੱਕ ਥੋਕ ਵਿਕਰੀ ਯਾਤਰਾ ਏਜੰਸੀ ਕਿਸ ਪ੍ਰਕਾਰ ਲਾਭ ਪੈਦਾ ਕਰਦੀ ਹੈ? ਆਮ ਤੌਰ 'ਤੇ ਇੱਕ ਥੋਕ ਵਿਕਰੇਤਾ ਮੁੱਖ ਸਪਲਾਇਰਾਂ ਤੋਂ ਕਾਫੀ ਮਾਤਰਾ ਵਿੱਚ ਛੂਟ ਜਾਂ ਕਟੌਤੀ ਪ੍ਰਾਪਤ ਕਰਦਾ ਹੈ, ਕਿਉਂਕਿ ਹੋ ਸਕਦਾ ਹੈ ਕਿ ਥੋਕ ਵਿਕਰੇਤਾ ਕਿਸੇ ਖਾਸ ਏਅਰਲਾਈਨ ਤੋਂ ਵੱਡੀ ਸੰਖਿਆ ਵਿੱਚ ਸੀਟਾਂ ਖਰੀਦਣ ਲਈ ਜਾਂ ਕਿਸੇ ਖਾਸ ਹੋਟਲ ਅਤੇ ਰਿਜ਼ੋਰਟ ਵਿੱਚ ਵੱਡੀ ਸੰਖਿਆ ਵਿੱਚ ਕਮਰੇ ਰਾਖਵੇਂ ਕਰਾਉਣ ਲਈ ਮੰਨ ਗਿਆ ਹੋਵੇ। ਇੱਕ ਥੋਕ ਵਿਕਰੇਤਾ ਜੋ ਕਿ ਪੈਕੇਜ ਟੂਰ ਵੇਚਦਾ ਹੈ, ਟੂਰ ਆਪਰੇਟਰ ਅਖਵਾਉਂਦਾ ਹੈ। ਹਾਲਾਂਕਿ ਤਕਨੀਕੀ ਤੌਰ 'ਤੇ ਇੱਕ ਥੋਕ ਵਿਕਰੇਤਾ ਅਤੇ ਇੱਕ ਟੂਰ ਆਪਰੇਟਰ ਵਿਚਕਾਰ ਅੰਤਰ ਹੈ। ਇੱਕ ਥੋਕ ਵਿਕਰੇਤਾ ਜੋ ਕਿ ਸੈਲਾਨੀ ਉਤਪਾਦਾਂ ਨੂੰ ਪੈਕੇਜ ਟੂਰਾਂ ਵਿੱਚ ਯੋਜਨਾਬੱਧ ਕੀਤੇ ਬਗੈਰ ਨਿੱਜੀ ਤੌਰ 'ਤੇ ਵੇਚ ਨੂੰ ਕੰਸੋਲੀਡੇਟਰ ਕਹਿੰਦੇ ਹਨ। ਜ਼ਿਆਦਾਤਰ ਇਹ ਕਿਸੇ ਖਾਸ ਉਤਪਾਦ ਹਿੱਸੇ ਜਿਵੇਂ ਕਿ ਹਵਾਈ ਟਿਕਟਾਂ, ਠਹਿਰਨ ਦਾ ਪ੍ਰਬੰਧ, ਕਾਨਫਰੰਸਾਂ ਅਤੇ ਕਨਵੈਨਸ਼ਨਾਂ ਆਦਿ ਵਿੱਚ ਮਾਹਿਰ ਹੁੰਦੇ ਹਨ। ਸੋ ਇਹ ਤਾਂ ਸੀ ਯਾਤਰਾ ਏਜੰਸੀ ਅਤੇ ਉਸ ਦੀਆਂ ਕਿਸਮਾਂ, ਜਿਸ ਵਿੱਚ ਕਿ ਰਿਟੇਲ ਯਾਤਰਾ ਏਜੰਸੀ ਅਤੇ ਥੋਕ ਵਿਕਰੀ ਯਾਤਰਾ ਏਜੰਸੀ ਬਾਰੇ ਅਸੀਂ ਗੱਲ ਕੀਤੀ। ਹੁਣ ਅਸੀਂ ਗੱਲ ਕਰਦੇ ਹਾਂ ਟੂਰ ਸੰਚਾਲਕ ਬਾਰੇ, ਜਿਸ ਨੂੰ ਕਿ ਟੂਰ ਆਪਰੇਟਰ ਵੀ ਕਿਹਾ ਜਾਂਦਾ ਹੈ।
ਇੱਕ ਸੰਗਠਨ, ਫਰਮ ਜਾਂ ਕੰਪਨੀ ਜੋ ਕਿ ਆਪਣੇ ਸਪਲਾਇਰਾਂ ਤੋਂ ਵੱਖਰੇ ਤੌਰ 'ਤੇ ਨਿੱਜੀ ਯਾਤਰਾ ਦੇ ਹਿੱਸੇ ਖਰੀਦ ਕੇ ਅਤੇ ਉਹਨਾਂ ਨੂੰ ਇੱਕ ਪੈਕੇਜ ਟੂਰ ਦੇ ਰੂਪ ਵਿੱਚ ਜੋੜ ਕੇ ਵਿਚੋਲਿਆਂ ਜਾਂ ਸਿੱਧੇ ਤੌਰ 'ਤੇ ਆਪਣੀ ਕੀਮਤ ਦਾ ਟੈਗ ਲਾ ਕੇ ਲੋਕਾਂ ਨੂੰ ਵੇਚਦੀ ਹੈ, ਇਹਨੂੰ ਟੂਰ ਸੰਚਾਲਕ ਜਾਂ ਟੂਰ ਆਪਰੇਟਰ ਕਿਹਾ ਜਾਂਦਾ ਹੈ। ਵਧੇਰੇ ਸਹੀ ਰੂਪ ਵਿੱਚ ਇਹ ਕਿਹਾ ਜਾ ਸਕਦਾ ਹੈ ਕਿ ਟੂਰ ਸੰਚਾਲਕ ਮੁੱਖ ਤੌਰ 'ਤੇ ਕਿਸੇ ਦਿੱਤੇ ਗਏ ਪੈਕੇਜ ਟੂਰ ਦੀਆਂ ਖਾਸ ਸੇਵਾਵਾਂ ਨੂੰ ਉਪਲਬਧ ਕਰਾਉਣ ਅਤੇ ਪ੍ਰਦਰਸ਼ਿਤ ਕਰਨ ਲਈ ਜ਼ਿੰਮੇਵਾਰ ਹਨ, ਕਿਉਂਕਿ ਕਈਆਂ ਕੋਲ ਆਪਣੀਆਂ ਕਾਰਾਂ ਅਤੇ ਕੋਚ, ਹੋਟਲ, ਦੂਜੀਆਂ ਯਾਤਰਾਵਾਂ ਸੰਬੰਧੀ ਸੇਵਾਵਾਂ ਹੁੰਦੀਆਂ ਹਨ, ਜਾਂ ਫਿਰ ਉਹ ਇਹਨਾਂ ਵਸਤਾਂ ਜਾਂ ਸੇਵਾਵਾਂ ਨੂੰ ਦੂਜੇ ਸਪਲਾਇਰਾਂ ਤੋਂ ਪ੍ਰਾਪਤ ਕਰ ਸਕਦੇ ਹਨ। ਇਸੇ ਕਾਰਨ ਉਹਨਾਂ ਨੂੰ ਸੈਰ ਸਪਾਟਾ ਉਤਪਾਦਾਂ ਦੇ ਨਿਰਮਾਤਾ ਕਿਹਾ ਜਾਂਦਾ ਹੈ। ਟੂਰ ਸੰਚਾਲਕਾਂ ਨੂੰ ਕਈ ਵਾਰ ਥੋਕ ਵਿਕਰੇਤਾ ਕਿਹਾ ਜਾਂਦਾ ਹੈ। ਇਹ ਪੂਰੇ ਤੌਰ 'ਤੇ ਸੱਚ ਨਹੀਂ ਹੈ, ਕਿਉਂਕਿ ਇੱਕ ਥੋਕ ਵਿਕਰੇਤਾ ਇੱਕ ਟੂਰ ਪੈਕੇਜ ਬਣਾਉਣ ਲਈ ਆਪਣੇ ਪੱਧਰ 'ਤੇ ਵਸਤਾਂ ਜਾਂ ਸੇਵਾਵਾਂ ਥੋਕ ਵਿੱਚ ਖਰੀਦਦਾ ਹੈ ਅਤੇ ਫਿਰ ਗਾਹਕਾਂ ਨੂੰ ਯਾਤਰਾ ਏਜੰਸੀਆਂ ਰਾਹੀਂ ਜਾਂ ਸਿੱਧੇ ਤੌਰ 'ਤੇ ਇਸ ਦੀ ਰਿਟੇਲ ਕਰਦਾ ਹੈ। ਹਾਲਾਂਕਿ ਇੱਕ ਅਜਿਹਾ ਟੂਰ ਸੰਚਾਲਕ ਜਿਸ ਕੋਲ ਉਸਦੇ ਆਪਣੇ ਇੱਕ ਜਾਂ ਇੱਕ ਤੋਂ ਵੱਧ ਸੈਲਾਨੀ ਉਤਪਾਦ ਹਿੱਸੇ ਹਨ, ਇੱਕ ਨਵਾਂ ਸੈਲਾਨੀ ਉਤਪਾਦ ਬਣਾ ਲੈਂਦਾ ਹੈ। ਉਦਾਹਰਨ ਲਈ ਇਨਕਲੂਸਿਵ ਟੂਰਸ ਜਾਂ ਸਮਲਿਤ ਟੂਰਸ। ਟੂਰ ਸੰਚਾਲਕ ਆਮ ਤੌਰ 'ਤੇ ਕਈ ਪ੍ਰਕਾਰ ਦੇ ਪੈਕੇਜ ਟੂਰ ਵੱਖ-ਵੱਖ ਕਿਸਮ ਦੇ ਯਾਤਰੀਆਂ ਦੀਆਂ ਲੋੜਾਂ ਨੂੰ ਪੂਰੀਆਂ ਕਰਨ ਲਈ ਪੇਸ਼ ਕਰਦੇ ਹਨ। ਹਾਲਾਂਕਿ ਅਜਿਹੀਆਂ ਛੁੱਟੀਆਂ ਜਿਨ੍ਹਾਂ ਦੀ ਪੇਸ਼ਕਸ਼ ਟੂਰ ਸੰਚਾਲਕਾਂ ਦੁਆਰਾ ਕੀਤੀ ਜਾਂਦੀ ਹੈ, ਆਮ ਤੌਰ 'ਤੇ ਯਾਤਰਾ ਏਜੰਟਾਂ ਦੁਆਰਾ ਵੇਚੀਆਂ ਜਾਂਦੀਆਂ ਹਨ। ਫਿਰ ਵੀ ਕੁਝ ਕੰਪਨੀਆਂ ਕੋਲ ਉਹਨਾਂ ਦੇ ਆਪਣੇ ਰਿਟੇਲ ਆਊਟਲੈਟ ਹੁੰਦੇ ਹਨ ਜਾਂ ਫਿਰ ਉਹ ਸਿੱਧੇ ਰੂਪ ਵਿੱਚ ਲੋਕਾਂ ਨੂੰ ਵੇਚਦੀਆਂ ਹਨ। ਇਸ ਪ੍ਰਕਾਰ ਇੱਕ ਵੱਡੇ ਸੰਚਾਲਕ ਦੇ ਕੰਮ ਵਿੱਚ ਕਿਸੇ ਛੁੱਟੀ ਦੇ ਨਿਰਮਾਣ ਅਤੇ ਵਿਕਰੀ ਦੀਆਂ ਸਾਰੀਆਂ ਸਟੇਜਾਂ ਜਾਂ ਅਵਸਥਾਵਾਂ ਸ਼ਾਮਲ ਹੋ ਸਕਦੀਆਂ ਹਨ। ਕੰਪਨੀ ਜਿੰਨੀ ਵੱਡੀ ਹੁੰਦੀ ਹੈ, ਹਰੇਕ ਕਰਮਚਾਰੀ ਦੀ ਭੂਮਿਕਾ ਉਨੀ ਹੀ ਵਧੇਰੇ ਖਾਸ ਬਣ ਜਾਂਦੀ ਹੈ। ਉਦਾਹਰਨ ਲਈ ਕੁਝ ਲੋਕ ਅਜਿਹੇ ਹੁੰਦੇ ਹਨ ਜੋ ਕਿ ਕਈ ਪ੍ਰਕਾਰ ਦੇ ਹੋਰ ਲੋਕਾਂ ਨਾਲ ਛੁੱਟੀ ਦੇ ਵੱਖ-ਵੱਖ ਹਿੱਸਿਆਂ ਸੰਬੰਧੀ ਗੱਲਬਾਤ ਕਰਨ ਨਾਲ ਸੰਬੰਧ ਰੱਖਦੇ ਹਨ, ਜਿਨ੍ਹਾਂ ਵਿੱਚ ਸ਼ਾਮਲ ਹਨ ਕਿਸੇ ਉਤਪਾਦ ਦਾ ਲੇਬਲ ਜਾਂ ਬਰੋਸ਼ਰ ਬਣਾਉਣ ਵਾਲੇ, ਨਵੀਨ ਵਿਚਾਰਾਂ ਦੀ ਖੋਜ ਅਤੇ ਵਿਕਾਸ ਜਾਂ ਉਹਨਾਂ ਦੀ ਮਾਰਕੀਟਿੰਗ ਕਰਨ ਵਾਲੇ, ਅਤੇ ਰਾਖਵਾ ਕਰਨ ਦੇ ਕੰਮਕਾਜ ਨਾਲ ਸੰਬੰਧਿਤ ਲੋਕ। ਉਹਨਾਂ ਕੋਲ ਵੱਖਰੇ ਤੌਰ 'ਤੇ ਵਿੱਤ, ਪਰਸਨਲ ਅਤੇ ਦੂਜੇ ਪ੍ਰਬੰਧਕੀ ਵਿਭਾਗ ਵੀ ਹੁੰਦੇ ਹਨ। ਹੁਣ ਅਸੀਂ ਗੱਲ ਕਰਦੇ ਹਾਂ ਟੂਰ ਸੰਚਾਲਕਾਂ ਦੀਆਂ ਕਿਸਮਾਂ ਬਾਰੇ। ਸਭ ਤੋਂ ਪਹਿਲਾਂ ਆਉਂਦੇ ਹਨ ਇਨਬਾਊਂਡ ਟੂਰ ਸੰਚਾਲਕ। ਇਹਨਾਂ ਨੂੰ ਇਨਕਮਿੰਗ ਟੂਰ ਸੰਚਾਲਕ ਵੀ ਕਿਹਾ ਜਾਂਦਾ ਹੈ। ਤਕਨੀਕੀ ਤੌਰ 'ਤੇ ਅਜਿਹੇ ਸੰਚਾਲਕ ਜੋ ਕਿ ਮਹਿਮਾਨਾਂ, ਉਪਭੋਗਤਾਵਾਂ, ਸੈਲਾਨੀਆਂ ਦਾ ਸਵਾਗਤ ਕਰਦੇ ਹਨ ਅਤੇ ਮਹਿਮਾਨ ਨਵਾਜ਼ ਦੇਸ਼ ਵਿੱਚ ਪ੍ਰਬੰਧਾਂ ਦੀ ਦੇਖ-ਰੇਖ ਕਰਦੇ ਹਨ, ਇਹਨਾਂ ਨੂੰ ਇਨਬਾਊਂਡ ਟੂਰ ਸੰਚਾਲਕ ਕਿਹਾ ਜਾਂਦਾ ਹੈ। ਉਦਾਹਰਨ ਲਈ ਅਮਰੀਕੀ ਸੈਲਾਨੀਆਂ ਦਾ ਇੱਕ ਸਮੂਹ TCI ਰਾਹੀਂ ਭਾਰਤ ਆਉਂਦਾ ਹੈ ਅਤੇ ਕੰਪਨੀ ਭਾਰਤ ਵਿੱਚ ਇਸ ਸਮੂਹ ਲਈ ਪ੍ਰਬੰਧਾਂ ਦੀ ਦੇਖ-ਰੇਖ ਕਰਦੀ ਹੈ, ਤਾਂ TCI ਨੂੰ ਇੱਕ ਇਨਬਾਊਂਡ ਟੂਰ ਸੰਚਾਲਕ ਕਿਹਾ ਜਾਵੇਗਾ। ਇਤਫਾਕੀਆ ਤੌਰ 'ਤੇ ਦੇਸ਼ ਵਿੱਚ ਇਨਬਾਊਂਡ ਆਵਾਜਾਈ ਪਿਛਲੇ 2 ਦਹਾਕਿਆਂ ਤੋਂ ਘਟ ਰਹੀ ਹੈ। ਇਸ ਲਈ ਟੂਰ ਸੰਚਾਲਕਾਂ ਲਈ ਇਹ ਜ਼ਰੂਰੀ ਹੋ ਗਿਆ ਹੈ ਕਿ ਉਹ ਨਵੀਨ ਅਤੇ ਖੋਜ ਭਰਪੂਰ ਮਾਰਕੀਟਿੰਗ ਦੀਆਂ ਨੀਤੀਆਂ ਅਪਣਾਉਣ ਅਤੇ ਵਿਦੇਸ਼ੀ ਸੈਲਾਨੀਆਂ ਦੀਆਂ ਖਾਸ ਲੋੜਾਂ ਨੂੰ ਪੂਰੀਆਂ ਕਰਨ ਲਈ ਵਿਸ਼ੇਸ਼ ਰੁਚੀਆਂ ਵਾਲੇ ਟੂਰ ਉਪਲਬਧ ਕਰਾਉਣ। ਆਊਟਬਾਊਂਡ ਟੂਰ ਸੰਚਾਲਕ ਇਹ ਅਜਿਹੇ ਟੂਰ ਸੰਚਾਲਕ ਜੋ ਕਿ ਵਿਦੇਸ਼ੀ ਸਥਾਨਾਂ ਜਾਂ ਮੰਜ਼ਿਲਾਂ ਦੇ ਟੂਰਾਂ ਨੂੰ ਉਤਸ਼ਾਹਿਤ ਕਰਦੇ ਹਨ, ਚਾਹੇ ਉਹ ਵਪਾਰਿਕ ਟੂਰ ਹੋਣ ਜਾਂ ਮਨਪਰਚਾਵੇ ਜਾਂ ਆਰਾਮ ਦੇ, ਉਹਨਾਂ ਨੂੰ ਆਊਟਬਾਊਂਡ ਟੂਰ ਸੰਚਾਲਕ ਕਹਿੰਦੇ ਹਨ। ਭਾਰਤੀ ਆਊਟਬਾਊਂਡ ਸੈਲਾਨੀ ਆਵਾਜਾਈ 10% ਸਾਲਾਨਾ ਦੀ ਦਰ ਨਾਲ ਵੱਧ ਰਹੀ ਹੈ। ਇਹ ਯਾਤਰੀ ਜਨਸੰਖਿਆ ਦੇ ਪੱਖ ਤੋਂ ਭਾਰਤ ਨੂੰ ਸੰਸਾਰ ਵਿੱਚ ਦੂਜਾ ਸਭ ਤੋਂ ਵੱਡਾ ਦੇਸ਼ ਬਣਾਉਂਦੀ ਹੈ। ਹਾਲਾਂਕਿ ਭਾਰਤ ਦਾ ਆਊਟਬਾਊਂਡ ਸੈਰ ਸਪਾਟਾ ਕੇਵਲ ਛੁੱਟੀ ਨਾਲ ਹੀ ਸੰਬੰਧਿਤ ਨਹੀਂ, ਬਲਕਿ ਵਪਾਰ ਨਾਲ ਵੀ ਸੰਬੰਧਿਤ ਹੈ। ਕਈ ਯਾਤਰਾ ਕੰਪਨੀਆਂ ਅਜਿਹੀਆਂ ਹੁੰਦੀਆਂ ਹਨ
ਜੋ ਕਿ ਆਊਟਬਾਊਂਡ ਪੈਕੇਜਾਂ ਦੀ ਪੇਸ਼ਕਸ਼ ਕਰਦੀਆਂ ਹਨ, ਜਿਵੇਂ ਕਿ SITA, TCI ਅਤੇ ਥਾਮਸ ਕੁੱਕ ਆਦਿ। ਘਰੇਲੂ ਟੂਰ ਸੰਚਾਲਕ। ਘਰੇਲੂ ਟੂਰ ਸੰਚਾਲਕ ਉਹ ਹੁੰਦੇ ਹਨ ਜੋ ਕਿ ਸੈਰ ਸਪਾਟਾ ਦੇ ਵੱਖ-ਵੱਖ ਹਿੱਸਿਆਂ ਨੂੰ ਜੋੜ ਕੇ ਅਸੈਂਬਲ ਕਰਕੇ ਸੰਮਿਲਿਤ ਟੂਰ ਬਣਾਉਂਦੇ ਹਨ। ਇਸ ਦੀ ਵਿਕਰੀ ਘਰੇਲੂ ਯਾਤਰੀਆਂ ਨੂੰ ਕਰਦੇ ਹਨ। ਆਮ ਤੌਰ ਤੇ ਇਹ ਟੂਰ ਸੰਚਾਲਕ ਆਪਣੇ ਦੇਸ਼ ਦੀ ਹੋਂਦ ਅੰਦਰ ਯਾਤਰਾ ਸੇਵਾਵਾਂ ਉਪਲਬਧ ਕਰਾਉਂਦੇ ਹਨ ਅਤੇ ਯਾਤਰੀਆਂ ਨੂੰ ਪੈਕੇਜ ਟੂਰਾਂ ਦੀ ਪੇਸ਼ਕਸ਼ ਕਰਦੇ ਹਨ, ਯਾਨੀ ਕਿ ਘਰੇਲੂ ਸਮਿਲਿਤ ਟੂਰ ਜਾਂ ਸੁਤੰਤਰ ਟੂਰ। ਮੰਜ਼ਿਲ ਜਾਂ ਸਥਾਨ ਪ੍ਰਬੰਧਨ ਕੰਪਨੀਆਂ ਜਾਂ ਗਰਾਊਂਡ ਸੰਚਾਲਕ। ਇਹਨਾਂ ਨੂੰ ਆਮ ਤੌਰ ਤੇ ਦੇਖ-ਰੇਖ ਏਜੰਸੀਆਂ ਜਾਂ ਹੈਂਡਲਿੰਗ ਏਜੰਸੀਆਂ ਦੇ ਤੌਰ ਤੇ ਜਾਣਿਆ ਜਾਂਦਾ ਹੈ। ਇਹਨਾਂ ਦਾ ਮੁੱਖ ਕੰਮ ਹੁੰਦਾ ਹੈ ਆ ਰਹੇ ਸੈਲਾਨੀਆਂ ਲਈ ਵਿਦੇਸ਼ੀ ਸੰਚਾਲਕਾਂ ਵੱਲੋਂ ਟੂਰ ਸੰਬੰਧੀ ਪ੍ਰਬੰਧ ਕਰਨਾ। ਜਦੋਂ ਇੱਕ ਟੂਰ ਸੰਚਾਲਕ ਆਪ ਹੀ ਸਮੁੰਦਰੀ ਕਿਨਾਰਿਆਂ 'ਤੇ ਬਿਤਾਉਣ ਵਾਲੀਆਂ ਛੁੱਟੀਆਂ, ਵਣ ਜੀਵਨ ਨਾਲ ਸੰਬੰਧਿਤ ਛੁੱਟੀਆਂ, ਵਣ ਜੀਵਨ ਦੇ ਟੂਰ, ਹੈਰੀਟੇਜ ਜਾਂ ਇਤਿਹਾਸਿਕ ਸਥਾਨਾਂ ਦੇ ਟੂਰ ਅਤੇ ਸੱਭਿਆਚਾਰਕ ਟੂਰਾਂ ਨੂੰ ਵੱਖ-ਵੱਖ ਸਥਾਨਾਂ 'ਤੇ ਵਿਕਸਿਤ ਜਾਂ ਉਤਸ਼ਾਹਿਤ ਕਰਦਾ ਹੈ ਤਾਂ ਮੁਸ਼ਕਲ ਪੈਦਾ ਹੁੰਦੀ ਹੈ। ਗਰਾਊਂਡ ਸੰਚਾਲਕ ਇੱਕੋ ਹੀ ਮੌਸਮ ਵਿੱਚ ਆਉਣ ਵਾਲੇ ਯਾਤਰੀਆਂ ਦੀ ਦੇਖ-ਰੇਖ ਕਰਦਾ ਹੈ, ਪਰ ਵੱਖ-ਵੱਖ ਸਥਾਨਾਂ 'ਤੇ ਸੁਨਿਸ਼ਚਿਤ ਕਰਦਾ ਹੈ ਕਿ ਪੂਰਾ ਸੰਚਾਲਨ ਪੈਕੇਜ ਟੂਰਾਂ ਜਾਂ ਸਮਝੌਤਿਆਂ ਦੇ ਅਨੁਸਾਰ ਹੀ ਹੈ। ਕਈ ਵਾਰ ਜਦੋਂ ਕੋਈ ਦੇਖ-ਰੇਖ ਏਜੰਸੀ ਦਿੱਲੀ ਵਰਗੇ ਕਿਸੇ ਮਸ਼ਹੂਰ ਸੈਰ ਸਪਾਟੇ ਦੇ ਸਥਾਨ ਵਿੱਚ ਹੋਵੇ ਅਤੇ ਇਸ ਨੂੰ ਗੋਆ ਲਈ ਪ੍ਰਬੰਧ ਕਰਨੇ ਪੈਣ ਤਾਂ ਇਹ ਇੱਕ ਸਥਾਨਿਕ ਸੰਚਾਲਕ, ਜਿਸ ਨੂੰ ਸੈਰ ਸਪਾਟਾ ਜਾਂ ਐਕਸਕਰਸ਼ਨ ਏਜੰਟ ਕਿਹਾ ਜਾਂਦਾ ਹੈ, ਨਾਲ ਠੇਕਾ ਕਰਦੀ ਹੈ। ਜੇਕਰ ਇਸ ਕੋਲ ਆਪਣਾ ਦਫ਼ਤਰ ਨਾ ਹੋਵੇ ਤਾਂ ਜੋ ਆਪਣੇ ਵੱਲੋਂ ਪ੍ਰਬੰਧਾਂ ਦੀ ਦੇਖ-ਰੇਖ ਕਰ ਸਕੇ। ਸੋ ਇਹ ਤਾਂ ਸੀ ਟੂਰ ਸੰਚਾਲਕ ਤੇ ਉਹਨਾਂ ਦੀਆਂ ਕਿਸਮਾਂ ਕਿ ਇਹ ਕਿੰਨੀ ਕਿਸਮਾਂ ਦੇ ਹੁੰਦੇ ਨੇ। ਇਨਬਾਊਂਡ ਟੂਰ ਸੰਚਾਲਕ, ਆਊਟਬਾਊਂਡ ਟੂਰ ਸੰਚਾਲਕ, ਘਰੇਲੂ ਟੂਰ ਸੰਚਾਲਕ ਅਤੇ ਗਰਾਊਂਡ ਸੰਚਾਲਕ। ਪਰ ਇਹਨਾਂ ਸਾਰਿਆਂ ਦਾ ਇੱਕ ਹੀ ਮਕਸਦ ਹੁੰਦਾ ਹੈ ਕਿ ਆਪਣੇ ਸੈਲਾਨੀਆਂ ਨੂੰ ਵੱਧ ਤੋਂ ਵੱਧ ਤਵੱਜੋ ਦੇਣੀ, ਉਹਨਾਂ ਦੀਆਂ ਸੇਵਾਵਾਂ ਦਾ ਖਿਆਲ ਕਰਨਾ ਤਾਂ ਕਿ ਚਾਹੇ ਉਹ ਘਰੇਲੂ ਯਾਤਰੀ ਹੋਣ ਚਾਹੇ ਵਿਦੇਸ਼ੀ ਯਾਤਰੀ ਹੋਣ, ਉਹਨਾਂ ਦੀ ਯਾਤਰਾ ਵਿੱਚ ਕਿਸੇ ਤਰ੍ਹਾਂ ਦਾ ਵਿਘਨ ਨਾ ਪਵੇ ਅਤੇ ਉਹ ਇੱਕ ਸੁਤੰਤਰ ਤੌਰ 'ਤੇ ਆਪਣੀ ਯਾਤਰਾ ਨੂੰ ਨੇਪਰੇ ਚਾੜ੍ਹ ਸਕਣ ਅਤੇ ਯਾਤਰਾ ਏਜੰਸੀਆਂ ਦੀ ਮਸ਼ਹੂਰੀ ਕਰ ਸਕਣ। ਹੁਣ ਅਸੀਂ ਗੱਲ ਕਰਦੇ ਹਾਂ ਯਾਤਰਾ ਏਜੰਸੀਆਂ ਅਤੇ ਟੂਰ ਸੰਚਾਲਕਾਂ ਵਿਚਕਾਰ ਅੰਤਰ ਦੀ। ਟੂਰ ਸੰਚਾਲਕ ਅਤੇ ਯਾਤਰਾ ਏਜੰਸੀਆਂ ਵਿਚਕਾਰ ਮੁੱਖ ਅੰਤਰ ਉਹਨਾਂ ਦੇ ਗਾਹਕਾਂ ਨੂੰ ਸੇਵਾਵਾਂ ਉਪਲਬਧ ਕਰਾਉਣ ਦੇ ਤੰਤਰ ਵਿੱਚ ਹੈ। ਟੂਰ ਸੰਚਾਲਕ ਇੱਕ ਅਜਿਹੀ ਕੰਪਨੀ ਹੈ ਜੋ ਕਿ ਵੱਖ-ਵੱਖ ਕੰਪਨੀਆਂ ਜਿਵੇਂ ਕਿ ਹੋਟਲ, ਰੈਸਟੋਰੈਂਟ, ਕੈਫੇ, ਬਿਊਟੀ ਸਲੂਨ ਤੋਂ ਨਿਸ਼ਚਿਤ ਸੇਵਾਵਾਂ ਖਰੀਦਦੀ ਹੈ ਅਤੇ ਫਿਰ ਆਪਣੇ ਕੀਮਤ ਤੰਤਰ ਦਾ ਪ੍ਰਯੋਗ ਕਰਦੇ ਹੋਏ ਉਹਨਾਂ ਤੋਂ ਇਕੱਲਾ ਸੈਲਾਨੀ ਉਤਪਾਦ ਬਣਾ ਦਿੰਦੀ ਹੈ। ਇੱਕ ਯਾਤਰਾ ਏਜੰਸੀ ਇੱਕ ਸੁਤੰਤਰ ਮੁੜ ਵਿਕਰੇਤਾ ਦੀ ਤਰ੍ਹਾਂ ਕੰਮ ਕਰਦੀ ਹੈ। ਇਸ ਦਾ ਲਾਭ ਸੰਚਾਲਕ ਦੁਆਰਾ ਗਾਹਕਾਂ ਨੂੰ ਵੇਚੇ ਗਏ ਟੂਰਾਂ ਦੇ ਕਮਿਸ਼ਨ ਵਿੱਚ ਹੁੰਦਾ ਹੈ। ਇਸ ਕਾਰਨ ਆਮ ਤੌਰ 'ਤੇ ਏਜੰਟ ਦੀ ਕੀਮਤ ਉੱਚੀ ਹੁੰਦੀ ਹੈ। ਹਾਲਾਂਕਿ ਅਜਿਹੇ ਪਲ ਵੀ ਹੁੰਦੇ ਹਨ ਜਦੋਂ ਏਜੰਟ ਜਾਣ ਬੁੱਝ ਕੇ ਆਪਣੀਆਂ ਕੀਮਤਾਂ ਨੂੰ ਘੱਟ ਦੱਸਦੇ ਹਨ। ਆਮ ਤੌਰ 'ਤੇ ਇੱਕ ਟੂਰ ਸੰਚਾਲਕ ਤੁਲਨਾਤਮਕ ਰੂਪ ਵਿੱਚ ਯਾਤਰਾ ਏਜੰਸੀ ਦੇ ਮੁਕਾਬਲੇ ਇੱਕ ਵੱਡੀ ਕੰਪਨੀ ਹੁੰਦਾ ਹੈ। ਇਸ ਕੋਲ ਆਪਣਾ ਮੁੱਖ ਦਫ਼ਤਰ ਅਤੇ ਬਹੁਤ ਸਾਰੇ ਸਹਾਇਕ ਦਫ਼ਤਰ ਹੁੰਦੇ ਹਨ ਤਾਂ ਜੋ ਵਧੇਰੇ ਸੰਭਾਵੀ ਗਾਹਕਾਂ ਨੂੰ ਆਪਣੀਆਂ ਸੇਵਾਵਾਂ ਵੀ ਪੇਸ਼ਕਸ਼ ਕਰ ਸਕੇ। ਕਈ ਵੱਡੇ ਟੂਰ ਸੰਚਾਲਕ ਕੋਲ ਵੱਖ-ਵੱਖ ਦੇਸ਼ਾਂ ਵਿੱਚ ਸਹਾਇਕ ਦਫ਼ਤਰ ਹੁੰਦੇ ਹਨ। ਸਹਾਇਕ ਦਫ਼ਤਰਾਂ ਦੀ ਸੰਖਿਆ ਨੂੰ ਧਿਆਨ ਵਿੱਚ ਨਾ ਰੱਖਦੇ ਹੋਏ ਇੱਕ ਟੂਰ ਸੰਚਾਲਕ ਆਮ ਤੌਰ 'ਤੇ ਇੱਕ ਸੁਤੰਤਰ ਯਾਤਰਾ ਏਜੰਸੀਆਂ ਨਾਲ ਏਜੰਟ ਦੇ ਸਮਝੌਤਿਆਂ ਨੂੰ ਨਿਰਧਾਰਤ ਕਰਦਾ ਹੈ, ਜਿਸ ਨਾਲ ਫਿਰ ਸੰਚਾਲਕ ਦੇ ਟੂਰਾਂ ਦੀ ਵਿਕਰੀ ਉਹਨਾਂ ਦੇ ਗਾਹਕਾਂ ਨੂੰ ਹੁੰਦੀ ਹੈ। ਕਿਸੇ
ਟੂਰ ਸੰਚਾਲਕ ਦੇ ਜਿੰਨੇ ਵੱਧ ਦੇਸ਼ਾਂ ਅਤੇ ਖੇਤਰਾਂ ਵਿੱਚ ਭਾਗੀਦਾਰ ਹੋਣਗੇ ਉਨੀ ਹੀ ਜ਼ਿਆਦਾ ਵਿਕਰੀ ਦੀ ਮਾਤਰਾ ਹੋਵੇਗੀ ਅਤੇ ਇਸ ਦੇ ਅਨੁਸਾਰ ਹੀ ਵੱਧ ਸੈਲਾਨੀ ਇਸ ਦੇ ਟੂਰਾਂ ਨੂੰ ਖਰੀਦਣਗੇ ਅਤੇ ਉਨਾ ਹੀ ਵੱਧ ਮੁਨਾਫਾ ਕਮਾਏਗਾ। ਇੱਕ ਟੂਰ ਸੰਚਾਲਕ ਇੱਕ ਸਪਲਾਇਰ ਵੀ ਹੋ ਸਕਦਾ ਹੈ, ਭਾਵ ਉਹ ਹੋਟਲਾਂ ਜਾਂ ਕਿਰਾਏ ਦੀਆਂ ਕਾਰਾਂ ਜਾਂ ਦੋਹਾਂ ਦਾ ਮਾਲਕ ਹੋ ਸਕਦਾ ਹੈ ਅਤੇ ਆਪਣੀ ਵਸਤੂ ਸੂਚੀ ਦੇ ਜਾਂ ਸਪਲਾਈ ਕਰਨ ਵਾਲੇ ਭਾਗੀਦਾਰਾਂ ਦੀਆਂ ਵਸਤੂਆਂ ਸੂਚੀਆਂ ਦੀ ਫੀਸ ਨਾਲ ਇਸਤੇਮਾਲ ਦੀ ਆਗਿਆ ਦੇ ਸਕਦਾ ਹੈ। ਇੱਕ ਯਾਤਰਾ ਏਜੰਟ ਕੇਵਲ ਇੱਕ ਵਿਤਰਕ ਹੁੰਦਾ ਹੈ ਅਤੇ ਖਾਸ ਤੌਰ 'ਤੇ ਯਾਤਰਾ ਏਜੰਟਾਂ ਕੋਲ ਯਾਤਰਾ ਸੰਬੰਧੀ ਆਪਣੇ ਸਾਧਨ ਜਾਂ ਵਸਤਾਂ ਜਿਵੇਂ ਕਿ ਕਿਰਾਏ ਦੀਆਂ ਕਾਰਾਂ ਜਾਂ ਹੋਟਲ ਕਦੇ-ਕਦਾਈ ਹੀ ਹੁੰਦੇ ਹਨ। ਯਾਤਰਾ ਏਜੰਸੀਆਂ ਮੈਦਾਨੀ ਸੇਵਾਵਾਂ ਦੇਣ ਲਈ, ਭਾਵ ਕਿ ਦੇਖ ਰੇਖ ਏਜੰਸੀ ਜਾਂ ਮੈਦਾਨੀ ਸੰਚਾਲਕ ਦੇ ਤੌਰ 'ਤੇ ਕੰਮ ਕਰਨ ਲਈ ਘੱਟ ਰੁਝਾਨ ਦਿਖਾਉਂਦੀਆਂ ਹਨ। ਇੱਕ ਯਾਤਰਾ ਏਜੰਸੀ ਕਿਸੇ ਯਾਤਰਾ ਉਤਪਾਦ ਦੇ ਇੱਕ ਹਿੱਸੇ ਜਾਂ ਭਾਗ ਨਾਲ ਸੰਬੰਧ ਰੱਖਦੀ ਹੈ, ਜਦਕਿ ਇੱਕ ਟੂਰ ਸੰਚਾਲਕ ਕਈ ਕਿਸਮ ਦੇ ਟੂਰ ਪ੍ਰੋਗਰਾਮਾਂ ਦੀ ਪੇਸ਼ਕਸ਼ ਕਰਦਾ ਹੈ। ਸੋ ਇਹ ਤਾਂ ਸੀ ਯਾਤਰਾ ਏਜੰਸੀਆਂ ਅਤੇ ਟੂਰ ਸੰਚਾਲਕਾਂ ਜਾਂ ਟੂਰ ਆਪਰੇਟਰਾਂ ਦੇ ਵਿਚਲਾ ਅੰਤਰ ਕਿ ਕਿਵੇਂ ਦੋਨੇ ਜਿਹੜੇ ਹੈਗੇ ਆ ਵੱਖੋ ਵੱਖਰੇ ਤੌਰ 'ਤੇ ਕੰਮ ਕਰਦੇ ਹਨ, ਪਰ ਦੋਨਾਂ ਦਾ ਮੇਨ ਮਕਸਦ ਇੱਕ ਹੀ ਹੁੰਦਾ ਹੈ ਕਿ ਸੈਲਾਨੀਆਂ ਨੂੰ ਵੱਧ ਤੋਂ ਵੱਧ ਸਹੂਲਤਾਂ ਕਿਵੇਂ ਦਿੱਤੀਆਂ ਜਾਣ ਤਾਂ ਜੋ ਉਹ ਆਪਣੀ ਯਾਤਰਾ ਨੂੰ ਬੜੇ ਹੀ ਮਨੋਰੰਜਕ ਢੰਗ ਦੇ ਨਾਲ ਸਿਰੇ ਚਾੜ ਸਕਣ ਅਤੇ ਉਹਨਾਂ ਦੀ ਯਾਤਰਾ ਇੱਕ ਵੱਖਰੇ ਤਰੀਕੇ ਦਾ ਅਨੁਭਵ ਉਹਨਾਂ ਨੂੰ ਦੇ ਸਕੇ। ਸੋ ਇਹ ਤਾਂ ਸੀ ਸਾਡਾ ਅੱਜ ਦਾ ਟੌਪਿਕ ਐਂਡ ਇੰਟਰੋਡਕਸ਼ਨ ਆਫ ਟਰੈਵਲ ਏਜੰਸੀ ਐਂਡ ਟੂਰ ਆਪਰੇਟਰ ਅਤੇ ਉਹਨਾਂ ਦੇ ਵਿੱਚ ਡਿਫਰੈਂਸ ਦੱਸਣਾ ਕਿ ਇੱਕ ਟਰੈਵਲ ਏਜੰਸੀ ਦਾ ਕੰਮ ਕੀ ਹੁੰਦਾ ਹੈ ਕਿ ਉਹ ਇੱਕ ਯਾਤਰਾ ਦੇ ਨਾਲ ਸੰਬੰਧਿਤ ਇੱਕ ਸੰਗਠਨ ਹੈ ਜੋ ਕਿ ਆਪਣੇ ਸੈਲਾਨੀਆਂ ਨੂੰ ਯਾਤਰਾ ਦੇ ਲਈ ਸੇਵਾਵਾਂ ਪ੍ਰਦਾਨ ਕਰਦਾ ਹੈ, ਉਸ ਪ੍ਰਕਿਰਿਆ ਦੇ ਵਿੱਚ ਆਪਣੀ ਭੂਮਿਕਾ ਅਦਾ ਕਰਦਾ ਹੈ ਤਾਂ ਕਿ ਘਰੇਲੂ ਜਾਂ ਵਿਦੇਸ਼ੀ ਯਾਤਰੀਆਂ ਨੂੰ ਹਰ ਤਰੀਕੇ ਦੇ ਨਾਲ ਸੰਭਵ ਤਰੀਕੇ ਦੇ ਨਾਲ ਉਹਨਾਂ ਨੂੰ ਸੇਵਾਵਾਂ ਦੀ ਪੂਰਤੀ ਕਰ ਸਕੇ, ਚਾਹੇ ਉਹ ਹਵਾਈ ਯਾਤਰਾ ਕਰਨ, ਰੇਲ, ਸੜਕ ਜਾਂ ਸਮੁੰਦਰੀ ਯਾਤਰਾ ਕਰਨ। ਉਹਨਾਂ ਨੂੰ ਹਰ ਤਰ੍ਹਾਂ ਦੇ ਨਾਲ ਜਿਹੜੇ ਹੈਗੇ ਨੇ ਕਾਗਜ਼ ਪੱਤਰ ਜਿਵੇਂ ਕਿ ਪਾਸਪੋਰਟ, ਵੀਜ਼ਾ, ਕਰੰਸੀ, ਉਹਨਾਂ ਦੇ ਠਹਿਰਨ ਦੀ ਵਿਵਸਥਾ, ਉਹਨਾਂ ਦੇ ਮਨ ਪਰਚਾਵੇ ਅਤੇ ਹਰ ਤਰ੍ਹਾਂ ਦਾ ਉਹਨਾਂ ਨੂੰ ਸੁੱਖ ਸੁਵਿਧਾ ਦਿੱਤੀਆਂ ਜਾਣ ਤਾਂ ਕਿ ਘਰੇਲੂ ਜਾਂ ਵਿਦੇਸ਼ੀ ਸੈਲਾਨੀਆਂ ਨੂੰ ਯਾਤਰਾ ਦੇ ਵਿੱਚ ਕਿਸੇ ਤਰ੍ਹਾਂ ਦੀ ਕੋਈ ਮੁਸ਼ਕਿਲ ਨਾ ਆਵੇ। ਸੋ ਯਾਤਰਾ ਏਜੰਸੀਆਂ ਦੇ ਵਿੱਚ ਜੋ ਪ੍ਰਬੰਧਕ ਕੰਮ ਕਰਦੇ ਨੇ, ਵੱਡੇ ਤੋਂ ਲੈ ਕੇ ਛੋਟੇ ਕਰਮਚਾਰੀ ਤੱਕ ਸਾਰੇ ਜਿਹੜੇ ਨੇ ਆਪਣਾ ਯੋਗਦਾਨ ਪਾਉਂਦੇ ਨੇ। ਕੁਛ ਏਜੰਸੀਆਂ ਆਪਣੀਆਂ ਗਤੀਵਿਧੀਆਂ ਨੂੰ ਖਾਸ ਖੇਤਰ ਤੱਕ ਹੀ ਸੀਮਤ ਰੱਖਦੀਆਂ ਹਨ ਅਤੇ ਕੁਛ ਜਿਹੜੀਆਂ ਹੈਗੀਆਂ ਨੇ ਉਹ ਵਿਸ਼ਾਲ ਖੇਤਰ ਤੱਕ ਹਰ ਤਰ੍ਹਾਂ ਦੇ ਨਾਲ ਸੰਭਵ ਕੋਸ਼ਿਸ਼ ਕਰਦੀਆਂ ਨੇ ਕਿ ਉਹਨਾਂ ਦੇ ਸੈਲਾਨੀਆਂ ਨੂੰ ਸਾਰੀਆਂ ਫੈਸਿਲਿਟੀਜ਼ ਦਿੱਤੀਆਂ ਜਾਣ। ਅਤੇ ਯਾਤਰਾ ਏਜੰਸੀਆਂ ਜਿਹੜੀਆਂ ਨੇ ਉਹ ਟਿਕਟਾਂ ਵੇਚਣ ਤੋਂ ਲੈ ਕੇ ਹੋਟਲ ਬੁਕਿੰਗ, ਲੋਕਾਂ ਤੋਂ ਜਿਹੜੇ ਹੈਗੇ ਨੇ ਉਹਨਾਂ ਦੇ ਮਨੋਰੰਜਨ ਦੇ ਲਈ, ਸੁੱਖ ਸੁਵਿਧਾਵਾਂ ਦੇ ਲਈ ਉਹਨਾਂ ਦੀ ਇੱਛਾ ਦੇ ਅਨੁਸਾਰ ਉਹਨਾਂ ਨੂੰ ਸੇਵਾਵਾਂ ਦਿੰਦੇ ਹਨ, ਬੈਂਕਾਂ ਤੋਂ ਅਦਾਇਗੀ ਲੈਂਦੇ ਹਨ ਅਤੇ ਪਾਸਪੋਰਟ, ਵੀਜ਼ਾ, ਯਾਤਰੀ ਚੈਕਸ ਅਤੇ ਵਿਦੇਸ਼ੀ ਕਰੰਸੀ ਜਿਹੜੀ ਹੈਗੀ ਆ ਉਹਦੇ ਬਦਲਾਵ ਦੇ ਲਈ ਵੀ ਸਹੂਲਤਾਂ ਦਿੰਦੀ ਹੈ। ਇਸ ਤੋਂ ਇਲਾਵਾ ਕਿ ਯਾਤਰੀ ਨੂੰ ਯਾਤਰਾ ਬਾਰੇ ਜ਼ਿਆਦਾ ਨੌਲੇਜ ਨਹੀਂ ਹੁੰਦੀ, ਸੋ ਜਿਹੜੀਆਂ ਯਾਤਰਾ ਏਜੰਸੀਆਂ ਹੁੰਦੀਆਂ ਨੇ ਉਹਨਾਂ ਨੇ ਆਪਣੇ ਗਾਈਡ ਰੱਖੇ ਹੁੰਦੇ ਨੇ ਤਾਂ ਕਿ ਉਹ ਇਹਨਾਂ ਨੂੰ ਹਰ ਤਰੀਕੇ ਦੀ ਜਾਣਕਾਰੀ ਮੁਹੱਈਆ ਕਰਵਾ ਸਕਣ। ਅਤੇ ਯਾਤਰਾ ਏਜੰਸੀਆਂ ਦੋ ਤਰ੍ਹਾਂ ਦੀਆਂ ਹੁੰਦੀਆਂ ਨੇ ਜਿਹਦੇ ਵਿੱਚ ਕਿ ਰਿਟੇਲ ਯਾਤਰਾ ਏਜੰਸੀ ਅਤੇ ਥੋਕ ਵਿਕਰੀ ਯਾਤਰਾ ਏਜੰਸੀ। ਰਿਟੇਲ ਯਾਤਰਾ ਏਜੰਸੀ ਉਤਪਾਦ ਸਪਲਾਇਰਾਂ ਦੇ ਵੱਲੋਂ ਸੈਲਾਨੀ ਉਤਪਾਦ ਸਿੱਧੇ ਤੌਰ 'ਤੇ ਲੋਕਾਂ ਨੂੰ ਵੇਚਦੀ ਹੈ ਅਤੇ ਬਦਲੇ ਵਿੱਚ ਕਮਿਸ਼ਨ ਪ੍ਰਾਪਤ ਕਰਦੀ ਹੈ। ਅਤੇ ਇੱਕ ਥੋਕ ਵਿਕਰੀ ਯਾਤਰਾ ਏਜੰਸੀ
ਥੋਕ ਵਿੱਚ ਸੈਲਾਨੀ ਉਤਪਾਦਾਂ ਦੇ ਹਿੱਸੇ ਖਰੀਦਦੀ ਹੈ ਅਤੇ ਪੈਕੇਜ ਟੂਰਾਂ ਦੀ ਰੂਪਰੇਖਾ ਬਣਾਉਂਦੀ ਹੈ। ਇਸ ਤੋਂ ਅੱਗੇ ਗੱਲ ਕਰਦੇ ਸੀ ਅਸੀਂ ਟੂਰ ਸੰਚਾਲਕ ਦੀ ਕਿ ਇਹ ਕੀ ਹੁੰਦੇ ਹਨ। ਇੱਕ ਸੰਗਠਨ, ਫਰਮ ਜਾਂ ਕੰਪਨੀ ਦੇ ਵੱਲੋਂ ਜਿਹੜੇ ਨਿੱਜੀ ਯਾਤਰਾ ਦੇ ਹਿੱਸੇ ਖਰੀਦੇ ਜਾਂਦੇ ਹਨ ਤੇ ਪੈਕੇਜ ਟੂਰ ਦੇ ਰੂਪ ਵਿੱਚ ਉਹਨਾਂ ਨੂੰ ਜੋੜਿਆ ਜਾਂਦਾ ਹੈ ਤੇ ਅੱਗੋਂ ਵਿਚੋਲਿਆਂ ਦੇ ਰਾਹੀਂ ਜਿਹੜੇ ਹੈਗੇ ਨੇ ਕੀਮਤ ਦਾ ਟੈਗ ਲਾ ਕੇ ਵੇਚਿਆ ਜਾਂਦਾ ਹੈ ਤੇ ਉਹਨਾਂ ਨੂੰ ਜਿਹੜਾ ਹੈਗਾ ਟੂਰ ਆਪਰੇਟਰ ਜਾਂ ਟੂਰ ਸੰਚਾਲਕ ਕਿਹਾ ਜਾਂਦਾ ਹੈ। ਤੇ ਅੱਗੋਂ ਇਹਨਾਂ ਦੀਆਂ ਕਈ ਕਿਸਮਾਂ ਹੁੰਦੀਆਂ ਨੇ, ਜਿਵੇਂ ਕਿ ਇਨਬਾਊਂਡ ਟੂਰ ਸੰਚਾਲਕ, ਆਊਟਬਾਊਂਡ ਟੂਰ ਸੰਚਾਲਕ, ਘਰੇਲੂ ਟੂਰ ਸੰਚਾਲਕ ਅਤੇ ਗਰਾਊਂਡ ਸੰਚਾਲਕ ਆਦਿ, ਜਿਹੜੇ ਕਿ ਆਪਣੇ ਆਪਣੇ ਜਿਹੜੇ ਖੇਤਰ ਹੈਗੇ ਨੇ ਉਹਨਾਂ ਵਿੱਚ ਆਪਣੀਆਂ ਸੇਵਾਵਾਂ ਪ੍ਰਦਾਨ ਕਰਦੇ ਹਨ। ਇਸ ਤੋਂ ਅੱਗੇ ਅਸੀਂ ਯਾਤਰਾ ਏਜੰਸੀਆਂ ਅਤੇ ਟੂਰ ਸੰਚਾਲਕਾਂ ਦੇ ਵਿਚਕਾਰ ਅੰਤਰ ਦੱਸਿਆ ਹੈ ਕਿ ਕਿਵੇਂ ਯਾਤਰਾ ਏਜੰਸੀਆਂ ਆਪਣਾ ਕੰਮ ਕਰਦੀਆਂ ਨੇ ਤੇ ਕਿਵੇਂ ਟੂਰ ਸੰਚਾਲਕ ਆਪਣਾ ਕੰਮ ਕਰਦੇ ਨੇ। ਤੇ ਲਾਸਟ ਤੇ ਇਹੀ ਕਹਿਣਾ ਚਾਹਾਂਗੀ ਕਿ ਚਾਹੇ ਇਹਨਾਂ ਦੇ ਵਿੱਚ ਕੁਝ ਡਿਫਰੈਂਸ ਹੈਗੇ ਨੇ, ਪਰ ਇਹਨਾਂ ਦੇ ਜਿਹੜੇ ਕੰਮਾਂ ਦੇ ਵਿੱਚ ਡਿਫਰੈਂਸ ਹੋ ਸਕਦੇ ਨੇ, ਪਰ ਇਹਨਾਂ ਦਾ ਉਦੇਸ਼ ਇੱਕ ਹੀ ਹੁੰਦਾ ਹੈ ਕਿ ਆਪਣੇ ਸੈਲਾਨੀਆਂ ਨੂੰ ਜਿਹੜੀਆਂ ਉਹਨਾਂ ਦੀਆਂ ਕੀਮਤਾਂ ਦੇ ਅਨੁਸਾਰ ਉਹਨਾਂ ਦੀਆਂ ਸੇਵਾਵਾਂ ਉਹਨਾਂ ਨੂੰ ਪ੍ਰਦਾਨ ਕਰਨੀਆਂ, ਤਾਂ ਕਿ ਉਹਨਾਂ ਨੂੰ ਆਪਣੀ ਯਾਤਰਾ ਦੇ ਦੌਰਾਨ ਕਿਸੇ ਵੀ ਤਰ੍ਹਾਂ ਦੀ ਕੋਈ ਮੁਸ਼ਕਲ ਨਾ ਆਵੇ ਤੇ ਉਹ ਜਿੰਨੀ ਆਪਣਾ ਜਿਹੜਾ ਖਰਚ ਕੀਤਾ ਹੁੰਦਾ ਹੈ ਉਸ ਹਿਸਾਬ ਦੇ ਨਾਲ ਉਹਨਾਂ ਨੂੰ ਸਾਰੀਆਂ ਸੇਵਾਵਾਂ ਪ੍ਰਾਪਤ ਕੀਤੀਆਂ ਜਾਣ, ਤਾਂ ਕਿ ਉਹਨਾਂ ਦੀ ਲਾਈਫ ਦੇ ਵਿੱਚ ਇੱਕ ਚੰਗਾ ਜਿਹੜਾ ਅਨੁਭਵ ਪੈਦਾ ਹੋ ਸਕੇ ਤੇ ਸੈਰ ਸਪਾਟਾ ਉਦਯੋਗ ਨੂੰ ਬੜਾਵਾ ਮਿਲ ਸਕੇ, ਕਿਉਂਕਿ ਸਾਡੇ ਦੇਸ਼ ਦੀ ਅਰਥ ਵਿਵਸਥਾ ਦੇ ਵਿੱਚ ਸਭ ਤੋਂ ਜ਼ਿਆਦਾ ਯੋਗਦਾਨ ਜਿਹੜਾ ਹੈਗਾ ਸੈਰ ਸਪਾਟਾ ਦੇ ਕਾਰਨ ਪੈਂਦਾ ਹੈ ਤੇ ਇਸ ਕਾਰਨ ਸਾਡੇ ਦੇਸ਼ ਦੀ ਅਰਥ ਵਿਵਸਥਾ ਜਿਹੜੀ ਹੈਗੀ ਆ ਉਹ ਹੋਰ ਉੱਚੀ ਦਾਰੂ ਦੀ ਹੁੰਦੀ ਹੈ। ਸੋ ਮੈਂ ਉਮੀਦ ਕਰਦੀ ਹਾਂ ਕਿ ਸਾਰੇ ਸਟੂਡੈਂਟਸ ਨੂੰ ਇਹ ਟੌਪਿਕ ਜਿਹੜਾ ਹੈ ਕਲੀਅਰ ਹੋ ਗਿਆ ਹੋਏਗਾ। ਸੋ ਥੈਂਕਸ ਟੂ ਆਲ ਆਫ ਯੂ।